ਅੱਜ ਸਤੰਬਰ ਮਹੀਨੇ ਦੀ 21 ਤਰੀਕ ਤੇ ਸਾਲ 2013 ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਬੁਲਾਉਂਦੇ ਹਾਂ ਸਤਿ ਸ੍ਰੀ ਅਕਾਲ ਤੇ ਨਿੱਘੀ ਜੀ ਆਇਆਂ। ਮਹਿਕ ਟੀਵੀ ਪ੍ਰੋਗਰਾਮ ਪਿਛਲੀ ਵੀਕ ਤੁਸੀਂ ਦੇਖਿਆ ਤੇ ਬੇਸ਼ੁਮਾਰ ਫੋਨ ਕਾਲਸ ਕੀਤੇ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਮਹਿਕ ਟੀਵੀ ਪ੍ਰੋਗਰਾਮ ਦੇ ਵਿੱਚ ਅੱਜ ਫਿਰ ਇੱਕ ਵਾਰ ਤੁਹਾਡੇ ਨਾਲ ਰੂਬਰੂ ਹੋ ਚੁੱਕੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਉਸ ਪ੍ਰਮਾਤਮਾ ਦੇ ਓਟ ਆਸਰੇ ਦੀ। ਜਿਵੇਂ ਤੁਹਾਨੂੰ ਪਤਾ ਹੈ ਕਿ ਮਾਂ ਦੀ ਪੂਜਾ ਰੱਬ ਦੀ ਪੂਜਾ, ਸੋ ਮਾਂ ਪਿਓ ਰੱਬ ਦਾ ਰੂਪ ਹੁੰਦੇ ਆ। ਅਤੇ ਅੱਜ ਦਾ ਅਸੀਂ ਵਿਸ਼ਾ ਇੱਕ ਪਰਿਵਾਰ 'ਤੇ ਰੱਖਾਂਗੇ, ਜਿਹਦੇ ਵਿੱਚ ਮਾਂ ਦੀ ਗੱਲਬਾਤ ਕਰਾਂਗੇ, ਧੀ ਦੀ ਗੱਲਬਾਤ ਕਰਾਂਗੇ ਅਤੇ ਨੂੰਹ ਦੀ ਗੱਲਬਾਤ ਕਰਾਂਗੇ। ਸੋ ਸਾਡੇ ਦਰਮਿਆਨ ਰਘਵੀਰ ਚੌਹਾਨ ਜੀ ਪਹੁੰਚੇ ਹੋਏ ਨੇ ਅਤੇ ਇਹ ਪਰਿਵਾਰਾਂ ਦੀਆਂ ਕਦਰਾਂ ਕੀਮਤਾਂ ਨੂੰ ਬਹੁਤ ਭਲੀ ਭਾਂਤ ਨੇੜਿਓਂ ਜਾਣਦੇ ਨੇ। ਸੋ ਪਰਿਵਾਰਾਂ ਦੇ ਵਿੱਚ ਕੀ ਕੁਝ ਹੁੰਦਾ ਹੈ, ਬਹੁਤ ਲੰਮੇ ਸਮੇਂ ਤੋਂ ਤੁਸੀਂ ਕੈਨੇਡਾ ਦੀ ਧਰਤੀ 'ਤੇ ਰਹਿ ਰਹੇ ਹੋ ਅਤੇ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਕਿ ਪੰਜਾਬ ਜਾਂ ਇੰਡੀਆ ਜਾਂ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਤੋਂ ਬੰਦਾ ਕੰਨੀ ਕਤਰਾ ਜਾਂਦਾ ਸੀ, ਕਿਉਂਕਿ ਉੱਥੇ ਇੱਕ ਜਿਹੜਾ ਸਾਡੇ ਪਿਓ ਜਾਂ ਚਾਚਾ ਜਾਂ ਤਾਇਆ ਉਹਦੇ 'ਤੇ ਜ਼ਿੰਮੇਵਾਰੀ ਹੁੰਦੀ ਸੀ। ਇੱਥੇ ਜਿਹੜੇ ਕੈਨੇਡਾ ਵਰਗੇ ਫੋਰਨ ਕੰਟਰੀਆਂ ਦੇ ਵਿੱਚ ਹਰ ਇੱਕ ਵਿਅਕਤੀ ਜਿਹੜਾ ਘਰ ਦੇ ਵਿੱਚ ਰਹਿੰਦਾ ਉਹ ਵੱਖਰੀ ਵੱਖਰੀ ਜ਼ਿੰਮੇਵਾਰੀ ਚੱਕਦਾ। ਸੋ ਜੇ ਅਸੀਂ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਜਿੰਨੇ ਜੀਅ ਆ ਉਨੇ ਜੀਆਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ, ਜਿਹਦੇ ਵਿੱਚ ਨੂੰਹ ਦੀ ਜੇ ਗੱਲ ਕਰੀਏ ਤਾਂ ਨੂੰਹ ਵੀ ਕੰਮ ਕਾਜ ਕਰਦੀ ਆ, ਧੀ ਕੰਮ ਕਰਦੀ ਆ, ਬੇਟਾ ਕੰਮ ਕਰਦਾ, ਬਜ਼ੁਰਗ ਕੰਮ ਕਰਦੇ ਨੇ, ਤਾਂ ਮਾਂ ਵੀ ਕੰਮ ਕਰਦੀ, ਕਿਉਂਕਿ ਮਾਂ ਨੂੰ ਮਾਂ ਜਿਹੜੀ ਆ ਬੱਚਿਆਂ ਨੂੰ ਸੰਭਾਲਦੀ ਆ। ਸੋ ਅਸੀਂ ਰਘਵੀਰ ਸਿੰਘ ਚੌਹਾਨ ਸਾਹਿਬ ਹੁਣਾਂ ਨੂੰ ਪੁੱਛਾਂਗੇ ਕਿ ਮਾਂ ਜਿਹੜੀ ਆ ਉਸ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ। ਚੌਹਾਨ ਸਾਹਿਬ ਸਵਾਗਤ ਹੈ। ਇੱਕ ਬੱਚੇ ਨੇ ਮੈਂ ਪੁੱਛਿਆ ਕਿ ਮੈਂ ਕਿਹਾ ਬੇਟੇ ਤੁਸੀਂ ਗੋਲਡ ਮੈਡਲ ਲਿਆ, ਤੁਸੀਂ ਤਾਂ ਬਹੁਤ ਮਿਹਨਤ ਕਰਦੇ ਹੋ, ਤੁਸੀਂ ਤਾਂ ਕੀ ਕਰਦੇ ਹੋ ਤੁਸੀਂ? ਬੱਚੇ ਨੇ ਮੈਨੂੰ ਬੜੇ ਹੱਸ ਕੇ ਜਵਾਬ ਦਿੱਤਾ, ਕਹਿੰਦਾ ਅੰਕਲ ਮੈਂ ਗੋਲਡ ਮੈਡਲ ਲੈ ਲਿਆ ਲੇਕਿਨ ਮੈਂ ਕੁਝ ਕਰਦਾ ਨਹੀਂ ਆ। ਜਿਵੇਂ ਮੇਰੀ ਮਾਂ ਮੈਨੂੰ ਕਹਿੰਦੀ ਮੈਂ ਤਾਂ ਹੁਕਮ 'ਚ ਹਾਂ, ਸਵੇਰੇ ਮੈਨੂੰ ਉਠਾਉਂਦੀ ਹੈ, ਸ਼ਾਮ ਮੈਨੂੰ ਕੰਮਕਾਰ ਕਰਨ ਨੂੰ ਦਿੰਦੀ ਹੈ, ਸਾਰਾ ਕੰਮ ਕਰਦਾ ਅਤੇ ਅੱਜ ਮੈਨੂੰ ਅਵਾਰਡ ਮਿਲ ਰਹੇ ਆ, ਮੈਨੂੰ ਹਰ ਬੰਦਾ ਮੇਰੀ ਇੱਜ਼ਤ ਮਾਣ ਕਰਦਾ ਹੈ। ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਮਾਂ ਬਾਪ ਦੀ ਮਿਹਨਤ ਕਰਕੇ ਮੈਂ ਆਪਣੀ ਵੀ ਗੱਲ ਕਰਨਾ ਚਾਹੁੰਦਾ ਕਿ ਅੱਜ ਮੈਂ ਪੈਂਟ ਕੋਟ ਪਾ ਕੇ ਟਾਈ ਲਗਾ ਕੇ ਬੈਠਾ, ਇਹ ਵੀ ਸਾਡੇ ਮਾਂ ਬਾਪ ਸਾਨੂੰ ਸਿੱਖਿਆ ਦਿੱਤੀ, ਸਾਨੂੰ ਉਹਨਾਂ ਦੇ ਸੰਸਕਾਰ ਸੀਗੇ, ਤਾਂ ਹੀ ਅਸੀਂ ਇੱਥੇ ਖੜ੍ਹ ਕੇ ਇੱਥੇ ਬੈਠ ਕੇ ਅਸੀਂ ਦੋ ਗੱਲਾਂ ਕਰਨ ਦੇ ਕਾਬਿਲ, ਉਹਨਾਂ ਦੇ ਕਾਬਿਲ ਹਾਲੇ ਵੀ ਨਹੀਂ ਆ, ਦੋ ਗੱਲਾਂ ਅਸੀਂ ਕਰਨ ਦੇ ਕਾਬਿਲ ਬਣੇ ਆ। ਔਰ ਮੰਦਰ ਗੁਰਦੁਆਰੇ ਜ਼ਰੂਰ ਜਾਓ, ਮਸਜਿਦ ਜਾਓ, ਲੇਕਿਨ ਆਪਣੇ ਮਾਂ ਬਾਪ ਦੀ ਜਿਹੜੀ ਸੇਵਾ ਕਰੋ, ਕੋਈ ਵੀ ਕੰਮ ਕਰੋ, ਨਿਕਲੋ ਉਹਨਾਂ ਆਸ਼ੀਰਵਾਦ ਨਿਕਲੋ ਜੀ। ਸੋ ਅਸੀਂ ਜਿੱਥੇ ਅਦਾਰਾ ਮਹਿਕ ਰੇਡੀਓ ਪ੍ਰੋਗਰਾਮ ਅਤੇ ਟੀਵੀ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ, ਹਮੇਸ਼ਾ ਪਰਮਾਤਮਾ ਦਾ ਓਟ ਆਸਰਾ ਲੈ ਕੇ ਗੱਲਾਂ ਬਾਤਾਂ ਕਰਦੇ ਹਾਂ ਅਤੇ ਸੁਬਾਹ ਉੱਠ ਕੇ ਇਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਇਹ ਮਹਾਰਾਜ ਸਾਡੇ ਹੱਥੋਂ ਕੋਈ ਚੰਗਾ ਕੰਮ ਕਰਾਈ, ਕੋਈ ਮਾੜਾ ਕੰਮ ਨਾ ਕਿਤੇ ਹੋ ਜਾਵੇ। ਸੋ ਇਸੇ ਤਰ੍ਹਾਂ ਹੀ ਅਸੀਂ ਗੱਲਬਾਤ ਜਾਰੀ ਰੱਖਾਂਗੇ। ਮਾਂ ਦੀ ਗੱਲਬਾਤ ਤੁਸੀਂ ਸੁਣੀ ਆ। ਸੋ ਮਾਂ ਨੇ ਮੈਨੂੰ ਵੀ ਟੀਵੀ ਪ੍ਰੋਗਰਾਮ, ਰੇਡੀਓ ਪ੍ਰੋਗਰਾਮ ਇੱਥੋਂ ਤੱਕ ਤੁਹਾਡੇ ਰੂਬਰੂ ਹੋਣ ਦਾ ਜਿਹੜਾ ਮੌਕਾ ਮਿਲਿਆ। ਸੋ ਹੁਣ ਅਸੀਂ ਗੱਲ ਕਰਾਂਗੇ ਮਾਂ ਤੋਂ ਬਾਅਦ ਬੇਟੀਆਂ ਦੀ। ਬਹੁਤ ਸਾਰੀਆਂ ਬੇਟੀਆਂ ਜਿਹੜੀਆਂ ਉਹ ਘਰਾਂ ਦੇ ਵਿੱਚ ਇੰਟਰਫੇਰੈਂਸ ਕਰਦੀਆਂ। ਇਹ ਤਾਂ ਮੰਨਿਆ ਗੱਲ ਕਿ ਬਹੁਤ ਸਾਰੇ ਪਰਿਵਾਰ ਕਹਿੰਦੇ ਆ ਕਿ ਪੁੱਤਾਂ ਨਾਲੋਂ ਧੀਆਂ ਜਿਹੜੀਆਂ ਉਹ ਵੱਧ ਸਤਿਕਾਰ ਕਰਦੀਆਂ। ਮੰਨ ਲਈ ਗੱਲ ਕਿ ਧੀਆਂ ਵੱਧ ਸਤਿਕਾਰ ਕਰਦੀਆਂ। ਸੋ ਧੀਆਂ ਜਿਹੜੀਆਂ ਇੰਟਰਫੇਰੈਂਸ ਵੀ ਬਹੁਤ ਜ਼ਿਆਦਾ ਕਰਦੀਆਂ ਪਰਿਵਾਰਾਂ ਦੇ ਵਿੱਚ, ਚੱਲਦਾ ਘਰ ਜਿਹੜਾ ਪੂਰਾ ਹੁੰਦਾ। ਸੋ ਹਰ ਇੱਕ ਧੀ ਆ ਜਿਹੜੀ ਉਹਨੂੰ ਇਹ ਕਿਉਂ ਹੁੰਦਾ ਹੈ ਕਿ ਮੈਨੂੰ ਨਿੱਕੀ ਨਿੱਕੀ ਗੱਲ ਆਪਦੇ ਪੇਕਿਆਂ ਦੀ ਪਹਿਲਾਂ ਮੇਰੇ ਕੋਲੇ ਆਉਣੀ ਚਾਹੀਦੀ ਆ। ਔਰ ਬਹੁਤ ਸਾਰੀਆਂ ਮਾਵਾਂ ਜਿਹੜੀਆਂ ਉਹ ਨਿੱਕੀ ਨਿੱਕੀ ਗੱਲ ਆਪਦੇ ਘਰ ਦੀ ਧੀਆਂ ਨੂੰ ਜ਼ਰੂਰ ਦੱਸਦੀਆਂ, ਇਸ ਕਰਕੇ ਲੜਾਈ ਦਾ ਵੀ ਮੁੱਖ ਕਾਰਨ ਬਣਦਾ। ਕੀ ਕਹਿਣਾ ਚਾਹੋਗੇ ਤੁਸੀਂ? ਖੈਰ ਤੁਹਾਡੀ ਗੱਲ ਬਹੁਤ ਹੀ, ਤੁਸੀਂ ਇਹ ਟੌਪਿਕ ਨੂੰ ਅੱਜ ਮੈਂ ਸਮਝਦਾ ਕਿ ਤੁਸੀਂ ਇਹਨੂੰ ਟੱਚ ਕੀਤਾ ਹੈ, ਲੇਕਿਨ ਇਹ ਗੱਲ ਦੇਖੋ ਜੀ, ਇੱਕ ਪਰਿਵਾਰ ਜਿਹੜਾ ਹੈ, ਮੈਂ ਸਮਝਦਾ ਕਿ ਪਰਿਵਾਰ ਦਾ ਡੋਰ ਬੰਦ ਹੋ ਜਾਂਦਾ ਹੈ। ਪਰਿਵਾਰ ਜਿਹੜਾ ਸਵਰਗ ਨਰਕ 'ਤੇ ਗੱਲਾਂ ਸੁਣੀਆਂ ਨੇ, ਲੇਕਿਨ ਸਭ ਕੁਝ ਇੱਥੇ ਹੀ ਹੈ ਜੀ। ਔਰ ਤੁਸੀਂ ਠੀਕ ਹੈ, ਤੁਸੀਂ ਦੁੱਖ ਸੁੱਖ ਆਪਣਾ ਜ਼ਰੂਰ ਸਾਂਝਾ ਕਰੋ, ਲੇਕਿਨ ਤੁਸੀਂ ਆਪਣੇ ਘਰ ਵਿੱਚ ਜਿੰਨਾ ਤੁਸੀਂ ਪੋਜ਼ੀਟਿਵ ਮਾਹੌਲ ਬਣਾ ਕੇ ਰੱਖੋਗੇ, ਜਿੰਨਾ ਤੁਸੀਂ ਸੁੱਖ ਸ਼ਾਂਤੀ ਹੋਏਗੀ, ਮੈਂ ਸਮਝਦਾ ਕਿ ਅਸੀਂ ਪਲ ਪਲ ਆਪਣੇ ਜੀਵਨ ਦੇ ਸ਼ੁਕਰਾਨੇ ਕਰੀਏ, ਉਹਨਾਂ ਹੀ ਜੀਵਨ ਸਾਡਾ ਵਧੀਆ ਸ਼ਾਂਤ ਹੋਏਗਾ। ਔਰ ਜਿਹੜੀ ਮੈਂ ਜਿਵੇਂ ਤੁਸੀਂ ਨੂੰਹ ਦੀ ਗੱਲ ਕੀਤੀ, ਧੀ ਦੀ ਗੱਲ ਕੀਤੀ, ਨੂੰਹ ਦਾ ਮਤਲਬ ਜੇ ਅਸੀਂ ਸ਼ਬਦ ਬਣਿਆ, ਨੂੰਹ ਦਾ ਮਤਲਬ ਘਰ ਦੀਆਂ ਨੀਹਾਂ ਦਾ ਮਤਲਬ ਤਾਂ ਫਾਊਂਡੇਸ਼ਨ ਹੋ ਗਿਆ ਨਾ। ਅਸੀਂ ਇੰਗਲਿਸ਼ ਗੱਲ ਕਰੀਏ, ਸਾਡੇ ਜੇ ਅਸੀਂ ਆਪਣੇ ਘਰ ਦੀ ਫਾਊਂਡੇਸ਼ਨ ਨੂੰ ਖਰਾਬ ਕਰ ਲਾਂਗੇ ਅਤੇ ਸਾਡਾ ਘਰ ਜਿਹੜਾ ਉਹ ਮੈਂ ਸਮਝਦਾ ਕਿ ਬਹੁਤ ਕਮਜ਼ੋਰ ਰਹੇਗਾ। ਅਤੇ ਜਿਹੜੀ ਅੱਜ ਧੀ ਹੈ ਉਹਨੇ ਵੀ ਨੂੰਹ ਬਣਨਾ। ਇੱਕ ਜਿਹੜੀ ਮਾਂ ਸੀਗੀ ਅੱਜ ਉਹ ਵੀ ਕਿਸੇ ਦੇ ਘਰ ਦੀ ਨੂੰਹ ਬਣੀ। ਅਤੇ ਇਸ ਕਰਕੇ ਆਪਣੀਆਂ ਨੂੰਹਾਂ ਨੂੰ ਧੀਆਂ ਬਣਾ ਲਈਏ,
ਤੇ ਮੈਂ ਸਮਝਦਾ ਕਿ ਆਪਣੇ ਜੀਵਨ ਅਸੀਂ ਬਹੁਤ ਸੁਖੀ ਬਣਾ ਸਕਦੇ ਹਾਂ। ਸੋ ਅਸੀਂ ਧੀਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਨਿੱਕੀ ਨਿੱਕੀ ਗੱਲ ਜਿਹੜੀ ਆ ਉਹ ਆਪਣੀ ਕੋਸ਼ਿਸ਼ ਨਾ ਕਰਿਆ ਕਰੋ ਕਿ ਤੁਸੀਂ ਆਪਦੇ ਜਿਹੜੇ ਆ ਪੇਰੈਂਟਸ ਦੇ ਘਰੋਂ ਲੱਭੀ ਜਾਵੇ, ਕਿਉਂਕਿ 100 ਗੱਲਾਂ ਹੁੰਦੀਆਂ ਘਰਾਂ ਦੇ ਵਿੱਚ। ਜਿਹੜੇ ਆ ਤੁਹਾਡੀ ਭਰਜਾਈ ਨੇ, ਤੁਹਾਡੇ ਭਰਾ ਨੇ ਲੜਨਾ ਵੀ ਹੈ, ਸੋ ਲੜ ਕੇ ਉਹਨਾਂ ਨੇ ਇੱਕੋ ਜਿਹੇ ਹੋ ਜਾਣਾ। ਜੇ ਤੁਸੀਂ ਇਹ ਵਿੱਚ ਇੰਟਰਫੇਰੈਂਸ ਕਰੋਗੇ ਲੜਾਈ ਵੱਧ ਸਕਦੀ ਹੈ। ਬਹੁਤ ਸਾਰੀਆਂ ਧੀਆਂ ਹੈ, ਉਹ ਉਹਨਾਂ ਦੀ ਮਾਂ ਹੈ ਜਿਹੜੀ ਉਹ ਸੋਚਦੀ ਆ ਕਿ ਮੇਰੀ ਧੀ ਨੇ ਆਉਣਾ ਹੈ ਕੰਮ ਤੋਂ, ਅਤੇ ਮੈਂ ਉਹਦੇ ਲਈ ਇੱਕ ਡੱਬੇ ਦੇ ਵਿੱਚ ਦਾਲ ਸਬਜ਼ੀ ਬਣਾ ਕੇ ਰੱਖਾਂ ਤਾਂ ਕਿ ਉਹ ਨਾਲ ਨਾ ਉਹਨੂੰ ਘਰੇ ਬਣਾਉਣੀ ਪਵੇ, ਦੂਜੇ ਦਿਨ ਨੂੰ ਉਹ ਕੰਮ 'ਤੇ ਵੀ ਲਿਜਾ ਸਕੇ। ਇਹ ਨਾ ਤੁਸੀਂ ਹੱਲਾਸ਼ੇਰੀ ਦਿਓ ਕਿ ਤੁਹਾਡੀ ਜਿਹੜੀ ਆ ਧੀ ਆ ਉਹ ਘਰੇ ਸਬਜ਼ੀ ਨਾ ਬਣਾਵੇ ਅਤੇ ਤੁਹਾਡੇ ਘਰੋਂ ਲੈ ਕੇ ਜਾਵੇ। ਮੈਂ ਮਾਵਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਤੁਸੀਂ ਆਪਣੇ ਘਰ ਦੀਆਂ ਗੱਲਾਂ ਜਾ ਕੇ ਪਾਰਕ ਦੇ ਵਿੱਚ ਨਾ ਕਰਿਆ ਕਰੋ ਕਿ ਸਾਡੀ ਨੂੰਹ ਇੱਦਾਂ ਕਰਦੀ ਆ, ਸਾਡੀ ਨੂੰਹ ਇੱਦਾਂ ਕਰਦੀ ਆ। ਬਹੁਤ ਸਾਰੀਆਂ ਚੁਗਲੀਆਂ ਜਿਹੜੀਆਂ ਉਹ ਪਾਰਕਾਂ ਦੇ ਵਿੱਚ ਚੱਲਦੀਆਂ, ਉਹਨਾਂ ਚੁਗਲੀਆਂ ਨੂੰ ਇਗਨੋਰ ਕਰਿਆ ਕਰੋ ਤਾਂ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਗੱਲੋਂ ਲੜਾਈ ਨਾ ਪਵੇ। ਸੋ ਜਿਹੜੀ ਨੂੰਹ ਹੁੰਦੀ ਆ, ਨੂੰਹ ਨੇ ਦੂਸਰੇ ਘਰੇ ਆ ਕੇ ਉਸ ਪਰਿਵਾਰ ਨੂੰ ਅਡੋਪਟ ਕਰਨਾ ਹੈ। ਕਿੱਡੀ ਵੱਡੀ ਕੁਰਬਾਨੀ ਆ, ਆਪਦੇ ਘਰ ਵਾਲਿਆਂ ਨੂੰ ਛੱਡ ਕੇ ਦੂਸਰੇ ਘਰੇ ਆ ਕੇ ਉਹਨਾਂ ਨੂੰ ਅਡੋਪਟ ਕਰਨਾ। ਸੋ ਕਈ ਜਿਹੜੀਆਂ ਮਾਵਾਂ ਸੱਸਾਂ ਜਿਹੜੀਆਂ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਮਾਵਾਂ ਬਣੋ, ਨੂੰਹਾਂ ਨੂੰ ਧੀਆਂ ਬਣਾਓ, ਨਾ ਕਿ ਜਿਹੜੀ ਉਹਦੀ ਨੂੰਹ ਦੀ ਕੁਰਬਾਨੀ ਆ ਆਪਦੇ ਪਰਿਵਾਰ ਨੂੰ, ਆਪਦੇ ਭਰਾ ਨੂੰ, ਆਪਦੇ ਡੈਡੀ ਨੂੰ, ਮੰਮੀ ਨੂੰ ਛੱਡ ਕੇ ਆਈ ਆ, ਤੁਹਾਡੇ ਘਰੇ ਆਈ ਆ, ਅਤੇ ਤੁਸੀਂ ਉਹਨੂੰ ਤੰਗ ਕਰਦੇ ਆ ਨੂੰਹ ਨੂੰ। ਤੁਸੀਂ ਇਹ ਲੇਖਾ ਜੋਖਾ ਕਿੱਥੇ ਦੇਣਗੇ? ਮੈਂ ਤਾਂ ਤੁਸੀਂ ਲੇਖਾ ਜੋਖਾ ਦੀ ਗੱਲ ਕੀਤੀ ਹੈ, ਮੈਂ ਗੱਲ ਇਹੀ ਕਹਾਂਗਾ ਕਿ ਸਭ ਲੇਖੇ ਜੋਖੇ ਜਿਹੜੇ ਨੇ ਉਹ ਸਭ ਇੱਥੇ ਹੀ ਨੇ, ਕਿਉਂਕਿ ਜੋ ਅਸੀਂ ਬੀਜਦੇ ਹਾਂ ਸਾਨੂੰ ਅਸੀਂ ਉਹੀ ਪੌਦਾ ਵੱਡਾ ਹੋਣਾ ਹੈ। ਅਤੇ ਇਹ ਪਰਿਵਾਰ ਮੈਂ ਸਮਝਦਾ ਕਿ ਜੀਵਨ ਬਹੁਤ ਵਧੀਆ ਔਰ ਅਨਮੋਲ ਜੀਵਨ ਹੈ, ਔਰ ਅਸੀਂ ਇਹਨੂੰ ਪਲ ਪਲ ਇੰਜੋਏ ਕਰੀਏ। ਔਰ ਇਹਨਾਂ ਨੇ ਬੜੀ ਵਧੀਆ ਗੱਲ ਕੀਤੀ, ਜਿਹੜੀ ਨੂੰਹਾਂ ਆਈਡੀਆਂ ਨੇ, ਇੱਕ ਕਿੰਨਾ ਜ਼ਿਆਦਾ ਉਹਨਾਂ ਨੇ ਵਿਸ਼ਵਾਸ ਕਰਕੇ ਆਉਂਦੀ ਕਿ ਮੈਂ ਬਗਾਨੇ ਘਰ ਜਾ ਕੇ ਮੈਂ ਰਵਾਂਗੀ, ਆਪਣਾ ਘਰ ਛੱਡ ਕੇ ਆਉਂਦੀਆਂ। ਅਤੇ ਜਿੰਨਾ ਅਸੀਂ ਮੈਂ ਸਮਝਦਾ ਕਿ ਜੀਵਨ ਜਿਹੜਾ ਇੱਕ ਪਿਆਰ ਮੁਹੱਬਤ ਦਾ ਨਾਮ ਹੈ। ਪਲ ਪਲ ਤੁਸੀਂ ਆਪਣੇ ਪਰਿਵਾਰਾਂ 'ਚ ਪਿਆਰ ਕਰੋ, ਮੁਹੱਬਤ ਕਰੋ। ਇਹ ਗਿਲੇ ਸ਼ਿਕਵਿਆਂ ਦਾ ਜੀਵਨ ਹੈ ਹੀ ਨਾ, ਤਾਂ ਕੋਈ ਦੁੱਖ ਹੈ ਇਸ ਜੀਵਨ 'ਚ, ਨਾ ਕੋਈ ਸੁੱਖ ਹੈ। ਇਹ ਤਾਂ ਆਨੰਦ ਭਰਿਆ ਜੀਵਨ ਹੈ। ਸੋ ਬਹੁਤ ਸਾਰੇ ਪ੍ਰੋਗਰਾਮ 'ਤੇ ਕਾਲਾਂ ਆਉਂਦੀਆਂ ਸਾਨੂੰ, ਕਿ ਰੇਡੀਓ ਪ੍ਰੋਗਰਾਮ 'ਤੇ ਵੀ ਆਉਂਦੀਆਂ ਕਿ ਸਾਡੇ ਜਿਹੜਾ ਸਹੁਰਾ ਪਰਿਵਾਰ ਆ ਸਾਨੂੰ ਤੰਗ ਕਰ ਰਹੇ ਆ, ਸਾਡੀ ਮਦਦ ਕਰੋ। ਇੱਥੋਂ ਤੱਕ ਕਿ ਸਾਨੂੰ ਕਾਲਸ ਆਉਂਦੀਆਂ ਕਿ ਇੰਡੀਆ ਦੇ ਵਿੱਚ ਕਿਸੇ 'ਤੇ ਡੌਰੀ ਦਾ ਕੇਸ ਬਣ ਗਿਆ, ਕਿਸੇ 'ਤੇ ਕੋਈ ਪਰਚਾ ਹੋ ਗਿਆ, ਜਾਂ ਕਿਸੇ ਨੂੰ ਕਢਾਉਣਾ ਪੈਂਦਾ, ਹੈਲਪ ਕਰਨੀ ਪੈਂਦੀ ਆ। ਪਰ ਜੇ ਅਸੀਂ ਕਿਸੇ ਦੀ ਹੈਲਪ ਵੀ ਕਰਦੇ ਹਾਂ, ਕਿਸੇ ਧੀ ਧਿਆਣੀ ਦੀ ਹੈਲਪ ਵੀ ਕਰਦੇ ਹਾਂ, ਉਸ ਤੋਂ ਬਾਅਦ ਦੂਸਰੇ ਪਾਸੇ ਨੁਕਸਾਨ ਹੁੰਦਾ। ਸੋ ਤੁਸੀਂ ਸਮਝਿਆ ਕਰੋ ਕਿ ਇੱਥੋਂ ਤੱਕ ਨੌਬਤ ਹੀ ਨਾ ਆਵੇ ਤਾਂ ਕਿ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਸੁਖੀ ਰਹਿ ਸਕੋ। ਸੋ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਤੁਸੀਂ ਆਪਸ ਵਿੱਚ ਦੀ ਹੀ ਕਰ ਲਿਆ ਕਰੋ। ਤੁਸੀਂ ਇਹ ਡੋਰ ਤੋਂ ਬਾਹਰ ਗੱਲ ਨਾ ਕਰਿਆ ਕਰੋ। ਅੱਜ ਦੀ ਮੇਰੀ ਬੇਨਤੀ ਇਹੀ ਆ ਕਿ ਤੁਸੀਂ ਆਪਣੇ ਘਰ ਦੀਆਂ ਗੱਲਾਂ ਆਪਦੀ ਧੀ ਨੂੰ ਨਾ ਦੱਸੋ। ਸੋ ਧੀ ਦਾ ਵੀ ਨਹੀਂ ਫਰਜ਼ ਬਣਦਾ ਕਿ ਉਹ ਆਪਦੇ ਸਹੁਰੇ ਪਰਿਵਾਰ ਦੀਆਂ ਗੱਲਾਂ ਤੁਹਾਡੇ ਨਾਲ ਕਰੇ। ਸੋ ਆ ਜਾਓ ਫਿਰ ਇੱਕ ਗੀਤ ਤੁਹਾਨੂੰ ਮੈਂ ਸੁਣਾਵਾਂ, ਭੁਪਿੰਦਰ ਗਿੱਲ ਅਤੇ ਮਿਸ ਨੀਲਮ ਦਾ ਇੱਕ ਗਾਣਾ ਗਾਇਆ ਹੋਇਆ, ਅਤੇ ਤੁਹਾਨੂੰ ਉਮੀਦ ਕਰਦੇ ਹਾਂ ਕਿ ਪਸੰਦ ਆਵੇਗਾ। ਦੋਸਤੋ, ਪੇਂਡੂ ਸੱਭਿਆਚਾਰ ਦੀ ਗੱਲ ਕਰਦੇ ਆ। ਆਮ ਕਹਾਵਤ ਹੈ ਕਿ ਜਿੱਦਣ ਦੀ ਆਈ ਸ਼ਾਮ ਕੁਰੇ ਸਾਡਾ ਮੰਜਾ ਪਿੱਪਲ ਥੱਲੇ। ਜਦੋਂ ਪੁੱਤਰਾਂ ਦਾ ਵਿਆਹ ਹੋ ਜਾਂਦਾ ਹੈ ਤਾਂ ਚੁੱਲ੍ਹੇ ਚੌਂਕੇ ਤੇ ਨੌਹਾਂ ਦੀ ਸਰਦਾਰੀ ਆ ਜਾਂਦੀ ਹੈ, ਤੇ ਬਾਪੂ ਤੇ ਬੇਬੇ ਬਾਹਰਲੇ ਘਰੇ ਬੈਠ ਕੇ ਆਪਣੇ ਦਿਲ ਦੀਆਂ ਭਾਵਨਾਵਾਂ ਸਾਂਝੀਆਂ ਕਿਵੇਂ ਕਰਦੇ ਨੇ, ਸੁਣੋ ਬਾਈ ਭੁਪਿੰਦਰ ਗਿੱਲ ਤੇ ਮਿਸ ਨੀਲਮ ਦੀ ਜ਼ੁਬਾਨੋਂ। ਨਿੱਤ ਮੱਝਾਂ ਚਾਰ ਕੇ ਲਿਆਵਾਂ ਨੀ, ਬੱਚਿਆਂ ਨੂੰ ਰੋਜ਼ ਖੜਾਵਾਂ ਨੀ। ਮੱਝਾਂ ਚਾਰ ਕੇ ਲਿਆਵਾਂ ਨੀ, ਬੱਚਿਆਂ ਨੂੰ ਰੋਜ਼ ਖੜਾਵਾਂ ਨੀ। ਮੇਰੀ ਕਿੰਨੀ ਸੇਵਾ ਕਰਦੀ ਸੀ, ਮੇਰੀ ਕਿੰਨੀ ਸੇਵਾ ਕਰਦੀ ਸੀ, ਕਿੰਨੀ ਸੇਵਾ ਕਰਦੀ ਸੀ। ਹੁਣ ਤੂੰ ਵੀ ਪਾਸਾ ਵੱਟ ਗਈ ਨੀ। ਕਾਂ ਤੋਂ ਹੁਣ ਮੁਖਤਿਆਰ ਕੁਰੇ ਕਿਉਂ ਦਾਲ ਚ ਪਾਉਣੋਂ ਹਟ ਗਈ ਨੀ। ਕਾਂ ਤੋਂ ਹੁਣ ਮੁਖਤਿਆਰ ਕੁਰੇ ਕਿਉਂ ਦਾਲ ਚ ਪਾਉਣੋਂ ਹਟ ਗਈ ਨੀ। ਹੁਣ ਟੱਬਰ ਵੱਧ ਗਿਆ ਬਾਣਾ ਵੇ, ਤੂੰ ਮਿਲਦੀ ਤੇ ਹੋ ਜੀ ਖਾ ਲੈ ਵੇ। ਹੁਣ ਟੱਬਰ ਵੱਧ ਗਿਆ ਬਾਣਾ ਵੇ, ਤੂੰ ਮਿਲਦੀ ਤੇ ਹੋ ਜੀ ਖਾ ਲੈ ਵੇ। ਕੁੜੀਆਂ ਨੂੰ ਕੋਈ ਸਿਆਣੇ ਨਾ, ਕੁੜੀਆਂ ਨੂੰ ਕੋਈ
ਕੀ ਕਰਾਂ ਸਰਦਾਰਾ ਮੈਨੂੰ ਹਾਂ ਦੀ ਘਰ ਵਿੱਚ ਭੁਗਦੀ ਐ ਮੈਂ ਕੀ ਕਰਾਂ ਸਰਦਾਰਾ ਮੈਨੂੰ ਹਾਂ ਦੀ ਘਰ ਵਿੱਚ ਭੁਗਦੀ ਐ ਮੇਰੇ ਜਿਉਂਦੇ ਜੀ ਮੁਖਤਿਆਰ ਕੁਰੇ ਘਰ ਵਿੱਚ ਚੱਲੂਗੀ ਹੀ ਮੇਰੀ ਨੀ ਜੱਜ ਦੇ ਰੀਡਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਨੀ ਜੱਜ ਦੇ ਰੀਡਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਨੀ ਮੈਂ ਨਿਤ ਸੋਚਦਾ ਰਹਿੰਦਾ ਹਾਂ ਹਾਏ ਨਿਤ ਸੋਚਦਾ ਰਹਿੰਦਾ ਹਾਂ ਨਿਤ ਸੋਚਦਾ ਰਹਿੰਦਾ ਹਾਂ ਸਿਹਤ ਤੇਰੀ ਕਿਉਂ ਘਟ ਗਈ ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਮੌਕੇ ਨਵੰਬਰ 2013 ਦੇ ਵਿੱਚ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ। ਜਿਹੜੇ ਵੀ ਸਾਡੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਬੱਚਿਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਇਲਾਵਾ ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਰੋੜੀ ਸਾਹਿਬ ਔਰ ਹੋਰ ਗੁਰਧਾਮਾਂ ਦੇ ਦਰਸ਼ਨ ਕਰਨੇ ਹਨ, ਸ਼ਾਹੀ ਕਿਲ੍ਹਾ ਦੇਖਣਾ ਹੈ, ਉਹ ਹੇਠ ਲਿਖੇ ਨੰਬਰਾਂ ਦੇ ਉੱਤੇ ਸੰਪਰਕ ਕਰੇ। ਕੁਝ ਲਿਮਟਿਡ ਸੀਟਾਂ ਬਾਕੀ ਹਨ। ਸੋ ਕਿਸੇ ਵੀ ਜਾਣਕਾਰੀ ਲਈ ਜਾਂ ਵੀਜ਼ਾ ਫਾਰਮ ਪ੍ਰਾਪਤ ਕਰਨ ਦੇ ਲਈ 10 ਦੇ ਨਾਲ 647 231 1600 ਦੇ ਸੰਪਰਕ ਕੀਤਾ ਜਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਗੱਲ ਕਰਾਂਗੇ ਡੈਟ ਸੈਟਲਮੈਂਟ ਬਾਰੇ। ਸਾਡੇ ਕੋਈ ਵੀ ਜਿਹੜੇ ਦਰਸ਼ਕ ਨੇ ਜਿਨ੍ਹਾਂ ਤੇ ਕ੍ਰੈਡਿਟ ਕਾਰਡਸ ਦੀ ਡੈਟ ਚੜੀ ਹੋਈ ਹੈ ਔਰ ਕਈ ਵਾਰ ਸਾਨੂੰ ਇਹ ਨਹੀਂ ਸਮਝ ਆਉਂਦਾ ਵੀ ਅਸੀਂ ਇਸ ਦਾ ਹੱਲ ਕੀ ਲੱਭਣਾ ਹੈ। ਸੋ ਡੈਟ ਸੈਟਲਮੈਂਟ ਇੱਕ ਬਹੁਤ ਵਧੀਆ ਆਪਸ਼ਨ ਹੈ ਜਿਸ ਦੇ ਰਾਹੀਂ ਤੁਸੀਂ ਆਪਣੀਆਂ ਡੈਟਸ ਨੂੰ ਜਿਹੜੇ ਕ੍ਰੈਡਿਟ ਕਾਰਡ ਦੇ ਬਿੱਲ ਨੇ, ਤੁਹਾਡੀਆਂ ਲਾਈਨ ਆਫ ਕ੍ਰੈਡਿਟਸ ਭਰੀਆਂ ਹੋਈਆਂ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਅਨਸਿਕਿਉਰਡ ਕਰਜ਼ਾ ਹੈ ਉਹਨੂੰ ਤੁਸੀਂ ਵਧੀਆ ਤਰੀਕੇ ਨਾਲ ਸੈਟਲ ਕਰ ਸਕਦੇ ਹੋ। ਸੈਟਲਮੈਂਟ ਦਾ ਭਾਵ ਇਹ ਹੈ ਵੀ ਜੋ ਸਾਡੀ ਸ਼ਮਤਾ ਹੈ ਉਸ ਦੇ ਮੁਤਾਬਕ ਅਸੀਂ ਬੈਂਕ ਨੂੰ ਆਫਰ ਕਰ ਸਕਦੇ ਹਾਂ। ਸੋ ਸਾਡੇ ਕੋਈ ਵੀ ਦਰਸ਼ਕ ਜਿਹੜੇ ਇਸ ਵੇਲੇ ਕਰਜ਼ੇ ਦੇ ਬੋਝ ਥੱਲੇ ਨੇ ਜਾਂ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਰੈਵਨਿਊ ਕੈਨੇਡਾ ਦੇ ਟੈਕਸਿਸ ਆਊਟਸਟੈਂਡਿੰਗ ਨੇ ਜਾਂ ਕੋਈ ਵੀ ਕਰਜ਼ਾ, ਸਾਨੂੰ ਤੁਸੀਂ ਆਫਿਸ ਵਿੱਚ ਜ਼ਿਆਦਾ ਇਨਫੋਰਮੇਸ਼ਨ ਲਈ ਸੰਪਰਕ ਕਰ ਸਕਦੇ ਹੋ। ਥੈਂਕ ਯੂ ਜੀ। ਕੀ ਭੁੱਖ ਲੱਗੀ ਹੈ ਬਾਲੀ ਤੇ ਕਮਾਓ ਨੰਬਰ 905 874 42 42 ਪਪੂਲਰ ਪੀਜ਼ਾ। ਜੇ ਤੁਸੀਂ ਇੱਕ ਰੀਅਲਟਰ ਹੋ ਅਤੇ ਇੱਕ ਵਧੀਆ ਰੀਅਲ ਏਸਟੇਟ ਕੰਪਨੀ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਰਾਇਲ ਸਟਾਰ ਰੀਅਲਟੀ ਐਂਡ ਬ੍ਰੋਕਰੇਜ ਦੇ ਪਰਮਿੰਦਰ ਢਿੱਲੋਂ ਅਤੇ ਗਰਚਾ ਬ੍ਰਦਰਜ਼ ਨੂੰ ਕਾਲ ਕਰੋ 9057931111। ਤੁਹਾਡੀਆਂ ਸਾਰੀਆਂ ਰੀਅਲ ਏਸਟੇਟ ਜ਼ਰੂਰਤਾਂ ਲਈ ਰਾਇਲ ਸਟਾਰ ਰੀਅਲਟੀ ਐਂਡ ਬ੍ਰੋਕਰੇਜ 905 793 1111। ਨਾਰਥ ਅਮਰੀਕਾ ਦੀ ਸਭ ਤੋਂ ਵੱਧ ਲੀਡ ਕਰਨ ਵਾਲੀ ਕੰਪਨੀ ਸੈਂਟਮ ਇੰਟਰਸਟੇਟ ਮਾਰਗੇਜ ਲਿਮਟਿਡ। ਤੁਸੀਂ ਫਸਟ ਸੈਕਿੰਡ ਮਾਰਗੇਜ ਲੈਣੀ ਚਾਹੁੰਦੇ ਆ ਜਾਂ ਫਿਰ ਬਿਲਡਰ ਵੱਲੋਂ ਘਰ ਬੁੱਕ ਕਰਾਇਆ ਹੋਇਆ, ਤੁਹਾਡੇ ਪੇਪਰਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ, ਤੁਸੀਂ 1 ਵੀਕ ਵਿੱਚ ਦੀ ਲਾਇਸੈਂਸ ਲੈਣਾ ਚਾਹੁੰਦੇ ਆ ਤਾਂ ਸੰਪਰਕ ਗੁਰਪ੍ਰੀਤ ਸਮਰਾ 101 ਵੈਸਟ ਡਰਾਈਵ ਬ੍ਰੈਂਪਟਨ ਦੇ ਵਿੱਚ 647 284 3333। ਕਿਸੇ ਵੀ ਤਰ੍ਹਾਂ ਦੇ ਸਮਾਗਮ ਲਈ ਚਾਹੀਦੀ ਹੋਵੇ ਵੀਡੀਓਗ੍ਰਾਫੀ, ਫੋਟੋਗ੍ਰਾਫੀ ਜਾਂ ਡੀਜੇ ਸਰਵਿਸ, ਕੰਟੈਕਟ ਅਸ www.mogavideo.ca 905 500 13 13। Stamping concrete, plain concrete ਪਵਾਉਣ ਬਾਰੇ ਸੋਚਦੇ ਸੀ ਤਾਂ number 1 company 16 years of experience KP Concrete. Corporate and large scale businesses are most welcome by KP Concrete 416-451-3268। ਰੀਅਲ ਏਸਟੇਟ ਲਾਅ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਲਾਹ ਤੇ ਮਸ਼ਵਰੇ ਲਈ ਇੱਕ ਹੀ ਨਾਮ ਯਾਦ ਰੱਖੋ, ਜੋਸ਼ੀ ਲਾਅ ਆਫਿਸ। ਅੱਜ ਹੀ ਫੋਨ ਕਰੋ ਰਾਕੇਸ਼ ਜੋਸ਼ੀ ਜੀ ਨੂੰ 416-213-8600 Joshi Law Office. At Brampton Painting, we are no ordinary paint company. Get it done right the first time. Brampton Painting, making your world beautiful. ਮਹਿਕ ਟੀਵੀ ਪ੍ਰੋਗਰਾਮ ਤੁਸੀਂ ਦੇਖ ਰਹੇ ਆ। ਮਹਿਕ ਟੀਵੀ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਕੋਈ ਵੀ ਬਿਜ਼ਨਸ ਸਾਂਝਾ ਕਰਨਾ ਚਾਹੁੰਦੇ ਆ, ਐਡਵਰਟਾਈਜ਼ਮੈਂਟ ਦੇਣੀ ਚਾਹੁੰਦੇ ਆ, ਰੇਡੀਓ ਪ੍ਰੋਗਰਾਮ ਹਫਤੇ ਦੇ 5 ਦਿਨ ਮੰਡੇ ਟੂ ਫਰਾਈਡੇ 770 AM ਤੇ ਦੁਪਹਿਰੇ ਤੁਸੀਂ ਦੇਖਦੇ ਆ, ਨਾਲ ਦੀ ਨਾਲ ਹੀ ਟੀਵੀ ਪ੍ਰੋਗਰਾਮ ਸਾਡਾ ਦੇਖਦੇ ਆ। ਬੜੇ ਵਧੀਆ ਤਰੀਕੇ ਦੇ ਨਾਲ ਤੁਹਾਡੇ ਜਿਹੜਾ ਬਿਜ਼ਨਸ ਨੂੰ ਪ੍ਰਮੋਟ ਕਰਾਂਗੇ ਅਸੀਂ।
ਰੇਡੀਓ ਪ੍ਰੋਗਰਾਮ ਤੇ ਟੀਵੀ ਪ੍ਰੋਗਰਾਮ 'ਤੇ ਅਸੀਂ ਗੱਲਬਾਤ ਹਮੇਸ਼ਾ ਕਰਦੇ ਰਹਿੰਦੇ ਹਾਂ ਚੰਗੇ ਕਾਜ ਕਰਨ ਦੀ। ਰਘਵੀਰ ਚੌਹਾਨ ਸਾਹਿਬ ਅਤੇ ਇਹਨਾਂ ਦੀ ਧਰਮ ਪਤਨੀ ਨੇ ਜਪਜੀ ਸਾਹਿਬ ਸਾਰੇ ਦਾ ਸਾਰਾ ਜਿਹੜੀਆਂ ਕਵਿਤਾਵਾਂ ਦੇ ਵਿੱਚ ਲਿਖ ਕੇ ਤੁਹਾਡੇ ਤੱਕ ਪਹੁੰਚਦਾ ਕੀਤਾ ਸੀ। ਇਹਨਾਂ ਵੱਲੋਂ ਹੀ ਇੱਕ ਜਿਹੜਾ ਸ਼ੋਅ ਆ ਉਹ ਹੋਣ ਜਾ ਰਿਹਾ ਰੋਜ਼ ਥੀਏਟਰ ਦੇ ਵਿੱਚ 29 ਸਤੰਬਰ ਨੂੰ। ਸੋ ਰੋਜ਼ ਥੀਏਟਰ ਦੇ ਵਿੱਚ ਜਿਹੜਾ ਇਹ ਸ਼ੋਅ ਆ ਬਿਲਕੁਲ ਫ੍ਰੀ ਹੈ। ਅਤੇ ਚੌਹਾਨ ਸਾਹਿਬ ਇਹ ਜਿਹੜਾ ਸ਼ੋਅ ਆ ਇਹ ਕਿੰਨੇ ਘੰਟਿਆਂ ਦਾ ਹੋਵੇਗਾ? ਇਹ ਸ਼ੋਅ ਜੀ 3 ਘੰਟੇ ਦਾ ਹੋਏਗਾ ਔਰ 29 ਸਤੰਬਰ ਨੂੰ ਹੋਏਗਾ। ਦਿਨ ਉਦੋਂ ਇਤਵਾਰ ਹੈਗਾ ਜੀ। ਔਰ ਜਿਹੜਾ ਕਿ ਰੋਜ਼ ਥੀਏਟਰ ਬਰੈਂਪਟਨ 'ਚ ਹੈ, ਮੇਨ ਸਟਰੀਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ। ਔਰ ਸਾਰੀਆਂ ਟਿਕਟ ਜਿਹੜੀਆਂ ਸਪਾਂਸਰ ਦੇ ਵੱਲੋਂ ਦਿੱਤੀਆਂ ਜਾ ਰਹੀਆਂ, ਬਿਲਕੁਲ ਕੋਈ ਕਾਸਟ ਨਹੀਂ ਹੈ, ਫੂਡ ਦੀ ਕੋਈ ਕਾਸਟ। ਜਿਹੜੇ ਲੋਕ ਸੂਫੀਜ਼ਮ ਨੂੰ ਪਸੰਦ ਕਰਦੇ ਨੇ, ਔਰ ਉਸ ਮੈਂ ਗੀਤ ਸੰਗੀਤ ਹੋਏਗਾ, ਸੂਫੀ ਡਾਂਸਿਸ ਹੋਣਗੇ। ਔਰ ਸੂਫੀਜ਼ਮ ਦੇ ਬਾਰੇ ਮੈਂ ਆਪ ਲਿਖਿਆ ਸੀ, ਮੈਂ ਉਹਦੇ 'ਚ ਮੈਂ ਥੋੜ੍ਹੀ ਬਹੁਤ ਕੋਸ਼ਿਸ਼ ਕੀਤੀ ਹੈ, ਮੈਂ ਜ਼ਰੂਰ ਨਾਲ ਸਾਂਝਾ ਕਰਾਂਗਾ। ਮੇਰਾ ਬੇਟਾ ਜਿਹੜਾ ਉਹ ਵੀ ਸੂਫੀਜ਼ਮ ਬੋਲੇਗਾ, ਤਾਂ ਕਿ ਮੈਂ ਚਾਹੁੰਦਾ ਕਿ ਯੂਥ ਜਿਹੜਾ ਉਹ ਵੀ ਇਨਵੋਲਵ ਹੋਏ ਔਰ ਵੱਧ ਤੋਂ ਵੱਧ ਪਿਆਰ ਮੁਹੱਬਤ ਦੀ, ਸ਼ਾਂਤੀ ਦਾ ਸੰਦੇਸ਼ ਦੇਣ ਦੀ ਮੇਰੀ ਜੀ ਕੋਸ਼ਿਸ਼ ਹੈ ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਆਉਣੇ ਵਾਪਸ ਇੱਕ ਬ੍ਰੇਕ ਤੋਂ ਬਾਅਦ। ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਅਸੀਂ ਘਿਰੇ ਹਾਂ ਉੱਚੇ ਸੁਪਨੇ ਅਤੇ ਅਣਗਿਣਤ ਬਿਮਾਰੀਆਂ ਦੇ ਨਾਲ। ਕਾਰਨ ਕੋਈ ਵੀ ਹੋਵੇ, ਸੁਜੋਕ ਹੋਮਿਓ ਕਲੀਨਿਕ ਇਕਲੌਤਾ ਬੱਚਿਆਂ ਦਾ ਹੋਮਿਓਪੈਥਿਕ ਕਲੀਨਿਕ ਹੈ ਜੋ ਕਿ ਅਣਗਿਣਤ ਮਰੀਜ਼ਾਂ ਨੂੰ ਖਤਰਨਾਕ ਬਿਮਾਰੀਆਂ ਤੇ ਸਰਜੀਕਲ ਆਪਰੇਸ਼ਨਸ ਤੋਂ ਬਚਾ ਚੁੱਕਾ ਹੈ। ਕਿਸੇ ਵੀ ਨਵੀਂ ਜਾਂ ਪੁਰਾਣੀ ਬਿਮਾਰੀ ਜਿਵੇਂ ਕਿ ਕੋਲਾਈਟਿਸ, ਬਲੱਡ ਪ੍ਰੈਸ਼ਰ, ਆਰਥਰਾਈਟਿਸ ਦੇ ਇਲਾਜ ਤੋਂ ਥੱਕ ਚੁੱਕੇ ਹੋ ਜਾਂ ਫਿਰ ਬੱਚਿਆਂ ਦੇ ਵਿੱਚ ਸਰੀਰਕ ਜਾਂ ਮਾਨਸਿਕ ਕਮਜ਼ੋਰੀ ਹੈ, ਸਾਡੇ ਕਲੀਨਿਕ ਦੀ ਹਾਈਲੀ ਐਜੂਕੇਟਡ ਐਂਡ ਪ੍ਰੋਫੈਸ਼ਨਲ ਟੀਮ ਨੂੰ ਕਾਲ ਕਰੋ। ਵੇ ਚੰਨਾ, ਵੇ ਢੋਲਾ, ਵੇ ਡਰਾਈਵਰਾ, ਕਦੇ ਸਾਡੇ ਆਪਣੇ ਟਰੈਕ ਹੋਣਗੇ ਕਿ ਨਹੀਂ? ਉਹ ਹੋਣਗੇ ਸੋਹਣਿਓ, ਹੋਣਗੇ ਕਿਉਂ ਨਹੀਂ। ਆ ਵੇਖ ਪੀਲ ਫਾਈਨੈਂਸ਼ੀਅਲ ਦਾ ਧਮਾਕਾ। ਅਸੀਂ ਕਿਹੜਾ ਰੱਬ ਦੇ ਮਾਂ ਮਾਰੇ ਆ। ਪੀਲ ਫਾਈਨੈਂਸ਼ੀਅਲ ਟਰੱਕ ਟ੍ਰੇਲਰ ਲੋਨ ਲਈ ਇੱਕ ਭਰੋਸੇਮੰਦ ਨਾਮ 9054568989। ਤੂੰ ਟਰੱਕ ਛੱਡ, ਹੁਣ ਤਾਂ ਤੇਰੇ ਨਾਂ ਦੀ ਟਰਾਂਸਪੋਰਟ ਹੀ ਖੋਲ ਦੇਣੀ ਆ। ਪੀਲ ਫਾਈਨੈਂਸ਼ੀਅਲ 9054568989। ਆਪਣੇ ਹੱਕਾਂ ਵਾਸਤੇ ਹਮੇਸ਼ਾ ਕਮਿਊਨਿਟੀ ਦੇ ਇੱਕੋ ਇੱਕ ਜਾਣੇ ਪਛਾਣੇ ਅਤੇ ਪਰਖੇ ਹੋਏ ਨਾਮ ਨੂੰ ਯਾਦ ਰੱਖੋ। My name is Jack Fireman. I've been a personal injury lawyer now for 46 years and we have had a successful relationship with Alliance and with Mr. Sidhu. ਐਕਸੀਡੈਂਟ ਵਿੱਚ ਸੱਟ ਲੱਗਣ ਤੋਂ ਬਾਅਦ ਮੁਫਤ ਸਲਾਹ ਲਈ ਜ਼ਰੂਰ ਕਾਲ ਕਰੋ। ਬੈਸਟ ਵੇ ਪੇਂਟਿੰਗ ਐਂਡ ਕੰਕਰੀਟ। ਅਗਰ ਤੁਸੀਂ ਘਰ ਜਾਂ ਆਫਿਸ ਨੂੰ ਪੇਂਟ ਕਰਾਉਣਾ ਹੋਵੇ ਤੇ ਬੈਸਟ ਲੁੱਕ ਦੇਣੀ ਚਾਹੁੰਦੇ ਹੋ ਤਾਂ ਸਿੱਧਾ ਸੰਪਰਕ ਕਰੋ ਬੈਸਟ ਵੇ ਪੇਂਟਿੰਗ ਵਾਲਿਆਂ ਨੂੰ। ਤੁਹਾਡੀ ਆਪਣੀ ਚੁਆਇਸ ਦੇ ਮੁਤਾਬਿਕ ਪੇਂਟ ਕਰਦੇ ਨੇ, ਕੰਮ ਵੀ ਆਪਣੇ ਨਾਮ ਵਰਗਾ ਹੀ। ਬੈਸਟ ਵੇ ਪੇਂਟਿੰਗ ਦਾ ਕੰਮ ਸਭ ਤੋਂ ਬੈਸਟ। ਕਾਲ ਕਰੋ ਸੰਦੀਪ ਨੂੰ। Godi Kuman and Remax Gold present the Brampton Town Centre, a retail plaza development in Brampton at Airport Road and Queen Street, Highway 7, 11.5 acres of land at the prime location. Own your retail commercial units, banquet halls, businesses, restaurants, offices and stores. The Brampton Town Centre, surrounded by Home Depot, Future Shop and Royal Bank. Get the advantage. Book your space. It's your chance to strike gold. The Brampton Town Centre, opening 2014. की भूख लगी है बाली ते कमाओ नंबर 9058744242 ਪੋਪੂਲਰ ਪੀਜ਼ਾ। ਮਹਿਕ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਤੁਸੀਂ ਫੋਨ ਕਾਲਸ ਕਰ ਰਹੇ ਆ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ। ਸੋ ਅੱਜ ਦਾ ਟੀਵੀ ਪ੍ਰੋਗਰਾਮ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਉਂਦਾ ਹੋਵੇਗਾ ਤੇ ਗੀਤ ਸੰਗੀਤ ਤੋਂ ਇਲਾਵਾ ਅਸੀਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਸੋ ਮਹਿਕ ਟੀਵੀ ਪ੍ਰੋਗਰਾਮ ਦੇ ਵਿੱਚ ਆਇਓ ਫਿਰ ਇੱਕ ਤੁਹਾਨੂੰ ਗੀਤ ਸੁਣਾਈਏ। ਇਹ ਗੀਤ ਆ ਜਿਹੜਾ ਮੁੰਡਾ ਆਈਫੋਨ ਵਰਗਾ। ਸੋ ਮੁੰਡਾ ਜਿਹੜਾ ਆਈਫੋਨ ਵਰਗਾ ਹੋਇਆ ਤੇ ਕੁੜੀ ਕਿਹੜੇ ਵਰਗੀ ਹੋਈ, ਇੱਕ ਗੀਤ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ। ਸੋ ਜਿਹੜਾ ਗੀਤ ਆ ਉਮੀਦ ਕਰਾਂਗੇ ਕਿ ਤੁਹਾਨੂੰ ਪਸੰਦ ਆਵੇਗਾ। ਸੋ ਜੇ ਗੀਤ ਪਸੰਦ ਆਇਆ ਤਾਂ ਫੋਨ ਕਾਲਸ ਜ਼ਰੂਰ ਕਰਨੀ ਆ, ਕਿਉਂਕਿ ਗੀਤ ਦੇ ਨਾਲ ਮੈਨੂੰ ਪਤਾ ਕਿ ਤੁਸੀਂ ਫੋਨ ਵੀ ਤੁਹਾਡੇ ਕੋਲ ਹੋਣਾ ਅਤੇ ਆਈਫੋਨ ਤੋਂ ਤੁਸੀਂ ਫੋਨ ਘੁਮਾਉਣਾ ਹੈ ਅਤੇ ਹੇਠਾਂ ਲਿਖੇ ਨੰਬਰ ਦਿਓ। ਜਾਣ ਜਾਣ ਖੰਗਦੀ ਐ, ਛੇੜ ਛੇੜ ਲੱਗਦੀ ਐ, ਜਾਣ ਜਾਣ ਖੰਗਦੀ ਐ, ਛੇੜ ਛੇੜ ਲੱਗਦੀ ਐ। ਅਸੀਂ ਜਿੰਦ ਜਾਨ ਯਾਰਾਂ ਉਤੋਂ ਬਾਹਰ ਦੇ, ਤੂੰ ਪਾਲਦੀ ਐ ਮਿੱਤਰਾਂ ਤੋਂ ਕੈਸ਼ ਗੋਰੀਏ। ਮੁੰਡਾ ਸੋਹਣੀਏ ਸੋਹਣੀਏ, ਮੁੰਡਾ ਸੋਹਣੀਏ ਸੋਹਣੀਏ, ਮੁੰਡਾ ਸੋਹਣੀਏ ਨੀ ਆਈਫੋਨ ਵਰਗਾ। ਜਣੀ ਖੜੀ ਨਾ ਖੜੀ ਨਾ, ਜਣੀ ਖੜੀ ਨਾ ਖੜੀ ਨਾ, ਜਣੀ ਖੜੀ ਨਾਲ ਹੁੰਦਾ ਨੀ ਅਟੈਚ ਗੋਰੀਏ। ਮੁੰਡਾ ਸੋਹਣੀਏ ਸੋਹਣੀਏ, ਮੁੰਡਾ ਸੋਹਣੀਏ ਸੋਹਣੀਏ, ਮੁੰਡਾ ਸੋਹਣੀਏ ਨੀ ਆਈਫੋਨ ਵਰਗਾ। ਜਣੀ ਖੜੀ ਨਾ ਖੜੀ ਨਾ, ਜਣੀ ਖੜੀ ਨਾ ਖੜੀ ਨਾ, ਜਣੀ ਖੜੀ ਨਾਲ ਹੁੰਦਾ ਨੀ ਅਟੈਚ ਗੋਰੀਏ।
ਗਾ ਪਾਇਆ ਸਟੇਟਸ ਵਿੱਚ ਲਿਖ ਤੇ ਚੱਕ ਉਹ ਗੀਤ ਕਿਸੇ ਆਪਣਾ ਬਣਾ ਲਿਆ ਤੇ ਗੀਤ ਨੂੰ ਬਣਾ ਕੇ ਉਹਨੇ ਸਭ ਨੂੰ ਸੁਣਾ ਲਿਆ ਸਾਨੂੰ ਵੀ ਇਹ ਯਾਰੋ ਕਿਤੋਂ ਪਤਾ ਲੱਗ ਗਿਆ ਗੱਲ ਸੁਣਦੇ ਹੀ ਯਾਰੋ ਸਾਨੂੰ ਧੱਕਾ ਲੱਗ ਗਿਆ ਰਾਤੋਂ ਰਾਤ ਇਹ ਬਣਾਇਆ ਤਾਂ ਕਿ ਹੁਣ ਚੱਕ ਲਵੇ ਨਾ ਤੇ ਸੱਚ ਕੀ ਹੈ ਯਾਰੋ ਕਿਸੇ ਨੂੰ ਸ਼ੱਕ ਰਵੇ ਨਾ ਯੋ ਕੱਢਣਾ ਪਿਆ ਯਾਰੋ ਸਾਨੂੰ ਕਾਲੀ ਕਾਲੀ ਚ ਹੁਣ ਦਿਲ ਦਾ ਇਹ ਗੀਤ ਜਿਹੜਾ ਵਸਦਾ ਮੋਹਾਲੀ ਚ ਹੁਣ ਦਿਲ ਮੋਹਾਲੀ ਵਾਲਾ ਠਰਕਦਾ ਭੁੱਖਾ ਨਹੀਂ ਪਿਆਰ ਸਾਹ ਦਾ ਹੈ ਖੇਡ ਵੀ ਲਾਉਣ ਵਾਲਾ ਤੁੱਕਾ ਨਹੀਂ ਹੁਣ ਦਿਲ ਮੋਹਾਲੀ ਵਾਲਾ ਠਰਕਦਾ ਭੁੱਖਾ ਨਹੀਂ ਪਿਆਰ ਸਾਹ ਦਾ ਹੈ ਖੇਡ ਵੀ ਲਾਉਣ ਵਾਲਾ ਤੁੱਕਾ ਨਹੀਂ ਪਰ ਛਾਵਾਂ ਵੀ ਹੈ ਉਹਦਾ ਤੇਰੇ ਜਿਹੀਆਂ ਤੋਂ ਰੱਖਦਾ ਏ ਫੁੱਟਦਾ ਹਾਂ ਗੈਪ ਗੋਰੀਏ ਮੁੰਡਾ ਸੋਹਣੀਏ ਸੋਹਣੀਏ ਮੁੰਡਾ ਸੋਹਣੀਏ ਸੋਹਣੀਏ ਮੁੰਡਾ ਸੋਹਣੀਏ ਨੀ ਆਈਫੋਨ ਵਰਗਾ ਜਣੀ ਖੜੀ ਨਾ ਖੜੀ ਨਾ ਜਣੀ ਖੜੀ ਨਾ ਖੜੀ ਨਾ ਜਣੀ ਖੜੀ ਨਾਲ ਹੁੰਦਾ ਨੀ ਅਟੈਚ ਗੋਰੀਏ ਮੁੰਡਾ ਸੋਹਣੀਏ ਚੰਗਾ ਲਾਅ ਆਫਿਸ ਦੀ ਟੀਮ ਪਰਸਨਲ ਇੰਜਰੀ ਲਾਅ ਦੇ ਨਾਲ ਨਾਲ ਰੀਅਲ ਸਟੇਟ ਫੈਮਿਲੀ ਲਾਅ ਕ੍ਰਿਮੀਨਲ ਦੀਆਂ ਸਰਵਿਸਿਜ਼ ਵੀ ਦਿੰਦੇ ਆ ਅਸੀਂ ਇੱਥੇ ਰੀਅਲ ਸਟੇਟ ਦੇ ਵਿੱਚ ਸਾਰੇ ਘਰਾਂ ਦੀਆਂ ਕਲੋਜ਼ਿੰਗ ਸੇਲ ਪਰਚੇਜ਼ ਬਿਜ਼ਨਸ ਸੇਲ ਪਰਚੇਜ਼ ਅਤੇ ਹਰ ਤਰ੍ਹਾਂ ਦੀ ਮੌਰਗੇਜ ਰੀਫਾਈਨੈਂਸਿੰਗ ਹਰ ਤਰ੍ਹਾਂ ਦਾ ਕੰਮ ਹਰ ਤਰ੍ਹਾਂ ਦੀ ਕਲੋਜ਼ਿੰਗ ਦਾ ਕੰਮ ਇੱਥੇ ਕਰਦੇ ਆ ਜਦੋਂ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਘਰ ਖਰੀਦਣਾ ਵੇਚਣਾ ਜਾਂ ਕੋਈ ਬਿਜ਼ਨਸ ਖਰੀਦਣਾ ਜਾਂ ਵੇਚਣਾ ਜਾਂ ਉਹਦੇ ਬਾਰੇ ਕੋਈ ਸਲਾਹ ਦੀ ਲੋੜ ਹੋਵੇ ਤਾਂ ਤੁਸੀਂ ਹਮੇਸ਼ਾ ਸਾਨੂੰ ਕਾਲ ਕਰੋ ਓਹ ਪ੍ਰੀਤੀ ਡਾਰਲਿੰਗ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦੱਸ ਕੀ ਗਿਫਟ ਚਾਹੀਦਾ ਤੈਨੂੰ ਫਿਰ ਮੈਨੂੰ ਜੋਤਸ ਐਸਥੈਟਿਕ ਅਕੈਡਮੀ ਵਿੱਚ ਐਡਮਿਸ਼ਨ ਲੈ ਦਿਓ ਨਾ ਜੀ ਹਾਂ ਜੋਤਸ ਐਸਥੈਟਿਕ ਅਕੈਡਮੀ ਜਿੱਥੋਂ ਤੁਸੀਂ ਸਰਟੀਫਾਈਡ ਬਿਊਟੀ ਪ੍ਰੋਫੈਸ਼ਨਲ ਡਿਪਲੋਮਾ ਕਰਕੇ ਖੂਬਸੂਰਤੀ ਦੀ ਦੁਨੀਆ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾ ਸਕਦੇ ਹੋ ਹਰ ਉਮਰ ਵਾਸਤੇ ਬਹੁਤ ਸਾਰੇ ਡਿਪਲੋਮਾ ਕੋਰਸਿਸ ਅਵੇਲੇਬਲ ਨੇ ਕੁਆਲੀਫਾਈਡ ਟ੍ਰੇਨਰ 1-to-1 ਅਟੈਂਸ਼ਨ Jyots Aesthetic Academy. Call 9057929090. ਨਾਰਥ ਅਮਰੀਕਾ ਦੀ ਸਭ ਤੋਂ ਵੱਧ ਲੀਡ ਕਰਨ ਵਾਲੀ ਕੰਪਨੀ ਸੈਂਟਮ ਇੰਟਰਸਟੇਟ ਮਾਰਗੇਜ ਲਿਮਟਿਡ ਤੁਸੀਂ ਫਸਟ ਸੈਕਿੰਡ ਮਾਰਗੇਜ ਲੈਣੀ ਚਾਹੁੰਦੇ ਆ ਜਾਂ ਫਿਰ ਬਿਲਡਰ ਵੱਲੋਂ ਘਰ ਬੁੱਕ ਕਰਾਇਆ ਹੋਇਆ ਤੁਹਾਡੇ ਪੇਪਰਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਤੁਸੀਂ 1 ਵੀਕ ਵਿੱਚ ਦੀ ਲਾਇਸੈਂਸ ਲੈਣਾ ਚਾਹੁੰਦੇ ਆ ਤਾਂ ਸੰਪਰਕ ਗੁਰਪ੍ਰੀਤ ਸਮਰਾ 101 ਵੈਸਟ ਡਰਾਈਵ ਬਰੈਂਪਟਨ ਦੇ ਵਿੱਚ 647 284 3333 ਜੇ ਤੁਸੀਂ ਇੱਕ ਰੀਅਲਟਰ ਹੋ ਅਤੇ ਇੱਕ ਵਧੀਆ ਰੀਅਲ ਏਸਟੇਟ ਕੰਪਨੀ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਰਾਇਲ ਸਟਾਰ ਰੀਅਲਟੀ ਐਂਡ ਬ੍ਰੋਕਰੇਜ ਦੇ ਪਰਮਿੰਦਰ ਢਿੱਲੋਂ ਅਤੇ ਗਰਚਾ ਬ੍ਰਦਰਜ਼ ਨੂੰ ਕਾਲ ਕਰੋ 9057931111 ਤੁਹਾਡੀਆਂ ਸਾਰੀਆਂ ਰੀਅਲ ਏਸਟੇਟ ਜ਼ਰੂਰਤਾਂ ਲਈ ਰਾਇਲ ਸਟਾਰ ਰੀਅਲਟੀ ਐਂਡ ਬ੍ਰੋਕਰੇਜ 9057701111 Stamping concrete, plain concrete ਪਵਾਉਣ ਬਾਰੇ ਸੋਚਦੇ ਸੀ ਤਾਂ number 1 company 16 years of experience KP Concrete. Corporate and large scale businesses are most welcome by KP Concrete 4164513268. ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਪ੍ਰਾਪਰਟੀ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਜਾਂ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਮੇਰੇ ਨਾਲ ਜਾਣ ਕੇ ਜਰਮਨ ਸੰਧੂ ਨਾਲ 905 757 1313 9057571313 ਦੇ ਸੰਪਰਕ ਕਰ ਸਕਦੇ ਹੋ At Brampton Painting, we are no ordinary paint company. Get it done right the first time. Brampton Painting, making your world beautiful. ਮਹਿਕ ਟੀਵੀ ਪ੍ਰੋਗਰਾਮ ਪਿਛਲੀ ਵੀਕ ਤੁਸੀਂ ਬਹੁਤ ਪਸੰਦ ਕੀਤਾ ਕਿਉਂਕਿ ਅਸੀਂ ਪੰਜਾਬ ਸਰਕਾਰ ਦੀ ਗੱਲਬਾਤ ਕੀਤੀ ਸੀ ਪੰਜਾਬ ਸਰਕਾਰ ਸਿਰ ਕਰਜ਼ੇ ਦੀ ਗੱਲਬਾਤ ਕੀਤੀ ਸੀ ਸੋ ਕਰਜ਼ਾ ਪੰਜਾਬ ਸਰਕਾਰ 93,000 ਕਰੋੜ ਦਾ ਹੋ ਚੁੱਕਿਆ ਤੇ ਲੱਖ ਕਰੋੜ ਆ ਜਿਹੜਾ ਉਹ ਆਉਣ ਵਾਲੀ ਜਿਹੜੀ ਮਾਰਚ ਦੇ ਵਿੱਚ ਹੋ ਜਾਵੇਗਾ 2014 'ਚ ਜਦੋਂ ਕਿ ਸਾਡੇ ਪੰਜਾਬ ਦੇ ਖਜ਼ਾਨਾ ਮੰਤਰੀ ਪ੍ਰਵਿੰਦਰ ਸਿੰਘ ਢੀਂਡਸਾ ਸਾਹਿਬ ਬਜਟ ਪੇਸ਼ ਕਰਨਗੇ ਸੋ ਅਸੀਂ ਇਸੇ ਗੱਲ ਨੂੰ ਇੱਥੇ ਛੱਡਦੇ ਹੋਏ ਅਸੀਂ ਅਗਲੀ ਗੱਲ ਕਰੀਏ ਕਿ ਉੱਥੇ ਹੁਣ ਚੱਕਰ ਜਿਹੜਾ ਪਿਆ ਹੋਇਆ ਫੋਟੋ ਦਾ ਪਿਆ ਹੋਇਆ ਸੋ ਫੋਟੋ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਐਂਡ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹ ਚਾਹੁੰਦੀ ਆ ਕਿ ਆਨਰੇਬਲ ਚੀਫ ਮਿਨਿਸਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਿਕਚਰ ਆ ਜਿਹੜੀ ਐਂਬੂਲੈਂਸ 'ਤੇ ਲੱਗੀ ਰਵੇ ਸੋ ਕੇਂਦਰ ਸਰਕਾਰ ਨੇ ਉਸ ਪਿਕਚਰ ਨੂੰ ਉਹ ਕਹਿੰਦੇ ਪਹਿਲਾਂ ਉਠਾਓ ਲਾ ਦਿਓ ਇਹਨੂੰ ਤਾਂ ਤੁਹਾਨੂੰ ਫੰਡ ਦੇਵਾਂਗੇ ਐਂਬੂਲੈਂਸ ਨੂੰ ਚਲਾਉਣ ਵਾਸਤੇ ਅਦਰਵਾਈਜ਼ ਕੇਂਦਰ ਸਰਕਾਰ ਨੇ ਜਿਹੜਾ ਉਹ ਫੰਡ ਥੋੜ੍ਹਾ ਬਹੁਤਾ ਆਉਂਦਾ ਸੀ ਉਹ ਰੋਕ ਦਿੱਤਾ ਗਿਆ ਸੋ ਅਖੇ ਸਾਡਾ ਤਾਂ ਪੰਜਾਬ ਵਿਚਾਰਾ ਜਿਹੜੀ ਸੋਨੇ ਦੀ ਚਿੜੀ ਸੀ ਉਹ ਕਿੱਥੇ ਰੁਲੀ ਫਿਰਦੀ ਆ ਅਤੇ ਜਿਹੜੀ ਐਂਬੂਲੈਂਸ ਦੀ ਸਹੂਲਤ ਸੀ ਉਹ ਵੀ ਸਾਡੇ ਹੁਸ਼ਿਆਰਪੁਰ ਦੇ ਮੰਤਰੀ ਸੰਤੋਸ਼ ਚੌਧਰੀ ਜੀ ਨੇ ਜਿਹੜਾ ਫੰਡ ਰੁਕਵਾ ਦਿੱਤਾ ਇਸ ਕਰਕੇ ਕਿ ਬਾਦਲ ਸਾਹਿਬ ਦੀ ਫੋਟੋ ਹੈ ਜਿਹੜੀ ਉਹ
ਲਾਹ ਦਿੱਤੀ ਜਾਵੇ ਐਂਬੂਲੈਂਸ ਤੋਂ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਫੋਟੋ ਆ ਉਹ ਲੱਗੀ ਹੋਣੀ ਚਾਹੀਦੀ ਆ ਜਾਂ ਲਾਹ ਦਿੱਤੀ ਜਾਣੀ ਚਾਹੀਦੀ ਆ? ਤੁਹਾਡੇ ਕੀ ਵਿਚਾਰ ਆ? ਤੁਸੀਂ ਫੋਨ ਕਰਕੇ ਜ਼ਰੂਰ ਦੱਸਿਓ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸੁਣਦਾ ਤੇ ਦੇਖਣ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਕਰਦੇ ਸਮੇਂ ਬੇਸ਼ੁਮਾਰ ਗਲਤੀਆਂ ਹੋਈਆਂ ਹੋਣਗੀਆਂ, ਖਿਮਾ ਮੰਗਦੇ ਹਾਂ। ਅਗਲੇ ਹਫਤੇ ਫਿਰ ਇਸੇ ਹੀ ਟਾਈਮ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਮੰਨਿਆ ਕਿ ਤੂੰ ਐ ਚੰਡੀਗੜ੍ਹ ਦੀ ਕੁੜੀ, ਨੈਟ ਨਾਲ ਹਰਦਮ ਰਹਿਣੀ ਐ ਜੁੜੀ, ਤੇਰੇ ਪਿੱਛੇ ਕਮਲੇ ਨੇ ਮੁੰਡੇ ਸ਼ਹਿਰ ਦੇ, ਸੁੱਟ ਜੀ ਹਰ ਇੱਕ ਤੇ ਤੂੰ ਡੋਰ, ਛੇਤੀ ਛੇਤੀ ਬੁਲਟ ਤੇ ਬਹਿ ਜਾ ਸੋਹਣੀਏ, ਬੈਜੂ ਨੀ ਤਾਇਆ ਕੇ ਕੋਈ ਹੋਰ, ਛੇਤੀ ਛੇਤੀ ਬੁਲਟ ਤੇ ਬਹਿ ਜਾ ਸੋਹਣੀਏ, ਬੈਜੂ ਨੀ ਤਾਇਆ ਕੇ ਕੋਈ ਹੋਰ। ਕੁੜੀਏ ਪੰਜਾਬ ਦੀ ਏ ਸੋਹਣੀ ਬੇਹਿਸਾਬ ਦੀ ਏ, ਸੂਟ ਪੰਜਾਬੀ ਨੀ ਤੂੰ ਪਾਉਣਾ ਭੁੱਲ ਗਈ, ਸੀਰੀ ਉੱਤੇ ਹੈ ਨੀ ਚੁੰਨੀ ਸ਼ਾਪਿੰਗ ਕਰੇ ਤੂੰ ਨੀ ਜੀਨ ਟਾਪੀ ਉੱਚਿਆਂ ਦੇ ਉੱਤੇ ਡੁੱਲ ਗਈ, ਵੱਡੇ ਜਿਹੇ ਨਾਮ ਨੂੰ ਤੂੰ ਛੋਟਾ ਕਰਵਾ ਲਿਆ, ਨਾਮ ਪਿੱਛੇ ਨਹੀਂ ਔਲਾਂਦੀ ਕੋਰੀ, ਛੇਤੀ ਛੇਤੀ ਬੁਲਟ ਤੇ ਬਹਿ ਜਾ ਸੋਹਣੀਏ, ਬੈਜੂ ਨੀ ਤਾਇਆ ਕੇ ਕੋਈ ਹੋਰ, ਛੇਤੀ ਛੇਤੀ ਬੁਲਟ ਤੇ ਬਹਿ ਜਾ ਸੋਹਣੀਏ, ਬੈਜੂ ਨੀ ਤਾਇਆ ਕੇ ਕੋਈ। ਦੱਸ ਅਸੀਂ ਕੀ ਲੈਣਾ ਕਿਸੇ ਕੋਲੋਂ ਡਰ ਕੇ, ਬੈਠ ਜਾ ਵੀ ਲੱਗ ਤੂੰ ਕ੍ਰਾਸ ਕਰਕੇ, ਸਾਨੂੰ ਦੋਹਾਂ ਵੇਖ ਨਹੀਂ ਉਹ ਕਿਸੇ ਜਰਨਾ, ਸਾਰੀ ਹੀ ਮੰਡੀਰ ਦੇਖੀ ਬੈਜੂ ਛੱਡ ਕੇ, ਦੱਸ ਅਸੀਂ